ਗੁਰੂ ਪਿਆਰੀ ਸਾਧ ਸੰਗਤ ਜੀ, ਮੈਂ ਵਿਨੋਦ ਜੋ ਲੰਡਨ ਇੰਗਲੈਂਡ ਵਿੱਚ ਰਹਿੰਦਾ ਹਾਂ, ਆਪ ਜੀ ਦੇ ਲਈ ਪੂਜਯ ਮਨੀਸ਼ ਸਾਹਿਬ ਜੀ ਦੇ ਅਨਮੋਲ ਵਚਨ ਲੈ ਕੇ ਹਾਜ਼ਰ ਹੋਇਆ ਹਾਂ। ਬੇਨਤੀ ਹੈ ਕਿ ਜੇ ਕੋਈ ਵੀ ਪ੍ਰੇਮੀ ਇਹਨਾਂ ਵਚਨਾਂ ਨੂੰ ਸੁਣੇ ਤੇ ਕੋਸ਼ਿਸ਼ ਕਰਕੇ ਇਹਨਾਂ ਵਚਨਾਂ ਤੋਂ ਲਾਭ ਉਠਾਵੇ। ਤਾਂ ਸਾਧ ਸੰਗਤ ਜੀ, ਪੇਸ਼ ਹਨ ਪੂਜਯ ਮਨੀਸ਼ ਸਾਹਿਬ ਜੀ ਦੇ ਅਨਮੋਲ ਵਚਨ ਤੇ ਅੱਜ ਕੱਲ੍ਹ ਤੋਂ ਅੱਗੇ। ਵਚਨ ਨੰਬਰ 1206। ਅੱਜ ਡੇਰਾ ਜਗਮਾਲ ਵਾਲੀ ਵਿੱਚ ਰਾਤ ਦੀ ਮਜਲਿਸ 'ਚ ਪੂਜਯ ਮਨੀਸ਼ ਸਾਹਿਬ ਜੀ ਆਏ। ਆਪ ਜੀ ਨੇ ਸਾਫ਼ ਤੌਰ 'ਤੇ ਇਹ ਗਾਣਾ ਵਜਾਣਾ ਤਾਂ ਸਿਰਫ ਜਾਗਣ ਲਈ ਹੈ ਇਹ ਫਰਮਾਇਆ, ਅਤੇ ਬਾਅਦ ਵਿੱਚ ਫਰਮਾਇਆ ਕਿ ਇਹ ਢੋਲਕੀ ਵਾਜਾ ਹੀ ਰਹਿ ਜਾਂਦਾ ਹੈ। ਅਤੇ ਫਿਰ ਅੱਗੇ ਫਰਮਾਇਆ ਕਿ ਇਹ ਤਾਂ ਕੋਈ ਖਿਆਲ ਠੀਕ ਰਹਿਣ ਸਿਮਰਨ ਔਖਾ ਹੈ। ਅਤੇ ਫਿਰ ਫਰਮਾਇਆ ਇਹ ਤਾਂ ਇਸ ਕਰਕੇ ਹੀ ਰੱਖਿਆ ਸੀ। ਅਤੇ ਫਿਰ ਫਰਮਾਇਆ ਕਿ ਹੁਣ ਇਹ ਸਿਰਸਾ ਵਾਲੇ ਮਜਲਿਸ ਕਰਦੇ ਨੇ 8ਵੇਂ ਦੇ 8ਵੇਂ, ਫਿਰ ਇਹੀ ਜਗਰਾਤਾ ਕਰਨ ਲੱਗ ਜਾਣਗੇ। ਵਚਨ ਨੰਬਰ 1207। ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ ਕਿ ਹੋਮਿਓਪੈਥਿਕ ਐਕੋਨਾਈਟ 30 ਅਤੇ ਬਰਾਈਓਨੀਆ 30 ਨਮੂਨੀਆ ਲਈ ਬਹੁਤ ਹੀ ਅੱਛੀ ਦਵਾਈਆਂ ਨੇ। ਵਚਨ ਨੰਬਰ 1208। ਅੱਜ ਡੇਰਾ ਜਗਮਾਲ ਵਾਲੀ ਵਿੱਚ ਰਾਤ ਦੀ ਮਜਲਿਸ 'ਚ ਕਈ ਦਿਨਾਂ ਤੋਂ ਮਾਰਵਾੜੀ ਸ਼ਬਦ ਸੋਵੇ ਨਗਰੀ ਕੋ ਸਾਰੇ ਲੋਗ, ਸਾਧੂ ਜਨ ਕੋਈ ਵਿਰਲਾ ਹੀ ਜਾਗੇ। ਪਿਛਲੇ ਕਈ ਦਿਨਾਂ ਤੋਂ ਰਾਤ ਦੀ ਮਜਲਿਸ 'ਚ ਰੋਜ਼ਾਨਾ ਇਹੀ ਸ਼ਬਦ ਬੁਲਾਉਂਦੇ, ਅਤੇ ਅੱਜ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ ਕਿ ਬਾਹਰਲਾ ਜਾਗਣਾ ਵੀ ਬਹੁਤ ਔਖਾ ਹੈ ਅਤੇ ਅੰਦਰਲਾ ਤਾਂ ਉਸ ਤੋਂ ਵੀ ਔਖਾ ਹੈ। ਤਾਂ ਦਿੱਲੀ ਤੋਂ ਆਏ ਜੱਜ ਸਾਹਿਬ ਜੀ ਦੇ ਲੜਕੇ ਰਾਮ ਸਰਨ ਜੀ ਕਹਿਣ ਲੱਗੇ, ਬਾਬਾ ਜੀ ਜਾਗਣਾ ਬਹੁਤ ਹੀ ਮੁਸ਼ਕਿਲ ਹੈ। ਅਗਰ ਬਾਹਰ ਦੇ ਜਾਗਣ 'ਤੇ ਕੰਟਰੋਲ ਕਰ ਲਏ ਤਾਂ ਅੰਦਰਲਾ ਜਾਗਣਾ ਆਪਣੇ ਆਪ ਹੀ ਸ਼ੁਰੂ ਹੋ ਜਾਂਦਾ ਹੈ। ਤਾਂ ਇਹ ਸੁਣ ਕੇ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ, ਬਿਲਕੁਲ ਠੀਕ ਹੈ, ਇਹ ਆਪੇ ਹੀ ਚੱਲ ਪੈਂਦਾ ਹੈ। ਅਤੇ ਫਿਰ ਅੱਗੇ ਫਰਮਾਇਆ ਕਿ ਬਾਬਾ ਜੈਮਲ ਸਿੰਘ ਜੀ ਸਾਰੀ ਰਾਤ ਮਜਲਿਸ ਲਾਈ ਰੱਖਦੇ ਸੀ। ਸੱਚੇ ਪਾਤਸ਼ਾਹ ਮਹਾਰਾਜਾ ਸਾਵਨ ਸਿੰਘ ਜੀ ਵੀ ਸ਼ੁਰੂ 'ਚ ਕਾਫੀ ਜਗਾਉਂਦੇ ਸਨ। ਉਦੋਂ ਤਾਂ ਸੰਗਤ ਵੀ ਬਹੁਤ ਘੱਟ ਹੁੰਦੀ ਸੀ। ਅਤੇ ਫਿਰ ਫਰਮਾਇਆ ਕਿ ਮਸਤਾਨਾ ਜੀ ਵੀ ਸਾਰੀ ਰਾਤ ਜਗਾਈ ਰੱਖਦੇ ਸੀ। ਸੰਗਤ ਪਹਿਲਾਂ ਥੋੜ੍ਹੀ ਹੁੰਦੀ ਸੀ ਅਤੇ ਬਾਅਦ 'ਚ ਬਸ ਇਸੇ ਤਰ੍ਹਾਂ ਹੀ। ਦਿੱਲੀ ਤੋਂ ਰਾਮ ਸਰਨ ਜੀ ਨੇ ਕਿਹਾ, ਜੀ ਪਹਿਲਾਂ ਤਾਂ ਸੱਚੇ ਪਾਤਸ਼ਾਹ ਬਹੁਤ ਛਟਾਈ ਕਰਕੇ ਨਾਮ ਦਿੰਦੇ ਹੁੰਦੇ ਸੀ। ਜਦੋਂ ਅਸੀਂ ਨਾਮ ਲਿਆ ਸੀ, ਅਸੀਂ ਬਾਬਾ ਨਿਜ਼ਾਮੁਦੀਨ ਜੀ ਨੂੰ ਬੇਨਤੀ ਕੀਤੀ ਕਿ ਉਹ ਸਾਡੀ ਜ਼ਮਾਨਤ ਵੱਲੋਂ ਨਾਲ ਗਏ। ਅਸੀਂ ਨਾਮ ਵਾਲੇ 6 ਆਦਮੀ ਸੀ, ਜਿਨ੍ਹਾਂ 'ਚੋਂ 5 ਆਦਮੀਆਂ ਨੂੰ ਤਾਂ ਕੱਢ ਦਿੱਤਾ ਸੀ। ਸਾਨੂੰ ਵੀ ਕਿਹਾ ਕਿ ਤੁਸੀਂ ਸਤਸੰਗ 'ਤੇ ਆਉਂਦੇ ਰਹੋ, ਫਿਰ ਨਾਮ ਦਿੱਤਾ। ਪਹਿਲਾਂ ਤਾਂ ਬਹੁਤ ਛਟਾਈ ਹੁੰਦੀ ਸੀ। ਅਗਰ 1000 ਆਦਮੀ ਹੈ ਤਾਂ 300-400 ਨੂੰ ਤਾਂ ਛਟਾਈ ਕਰਕੇ ਕੱਢ ਦਿੰਦੇ ਸੀ। ਤਾਂ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ ਕਿ ਅੱਜ ਕੱਲ੍ਹ ਤਾਂ ਲੋਕੀ ਹਾਕਾ ਮਾਰ ਕੇ ਨਾਮ ਦਿੰਦੇ ਨੇ। ਅਤੇ ਰਾਮ ਸਰਨ ਦਿੱਲੀ ਵਾਲਿਆਂ ਨੇ ਕਿਹਾ ਕਿ ਜੀ ਅੱਜ ਕੱਲ੍ਹ ਤਾਂ ਨਾਮ ਬਹੁਤ ਸਸਤਾ ਹੋ ਗਿਆ ਹੈ, ਨਾਮ ਦੇਣਾ ਕੋਈ ਮਾਮੂਲੀ ਗੱਲ ਨਹੀਂ, ਜੀਵਾਂ ਦਾ ਕਿੰਨਾ ਬੋਝ ਚੱਕਣਾ ਪੈਂਦਾ ਹੈ। ਇੱਕ ਵਾਰੀ ਬਾਬਾ ਨਿਜ਼ਾਮੁਦੀਨ ਕਿਸੇ ਆਦਮੀ ਨੂੰ ਨਾਮ ਦਿਵਾਉਣ ਵਾਸਤੇ ਸੱਚੇ ਪਾਤਸ਼ਾਹ ਦੇ ਅੱਗੇ ਲਿਆਏ। ਉਹਨਾਂ ਕਿਹਾ ਕਿ ਇਸ ਦੇ ਕਰਮ ਬਹੁਤ ਸਖਤ ਨੇ, ਅਤੇ ਬਾਬਾ ਨਿਜ਼ਾਮੁਦੀਨ ਨੇ ਨਾਮ ਦਿਵਾਉਣ ਲਈ ਜ਼ਿੱਦ ਕੀਤੀ। ਤਾਂ ਸੱਚੇ ਪਾਤਸ਼ਾਹ ਨੇ ਕਿਹਾ ਕਿ ਚਲੋ ਫਿਰ ਇਹਨਾਂ ਨੂੰ ਨਾਮ ਤੁਸੀਂ ਦਿਓ। ਤਾਂ ਨਿਜ਼ਾਮੁਦੀਨ ਨੇ ਉਸ ਨੂੰ ਨਾਮ ਦੇ ਦਿੱਤਾ। ਤਾਂ ਕੁਝ ਦੇਰ ਪਿੱਛੋਂ ਬਾਬਾ ਨਿਜ਼ਾਮੁਦੀਨ ਦੇ ਪਿੱਛੇ ਧੌਣ ਦੇ ਐਗਜ਼ੀਮਾ ਹੋ ਗਿਆ। ਤਾਂ ਉਹਨਾਂ ਨੇ ਇਸ ਬਾਰੇ ਸੱਚੇ ਪਾਤਸ਼ਾਹ ਅੱਗੇ ਗੱਲ ਕੀਤੀ। ਤਾਂ ਸੱਚੇ ਪਾਤਸ਼ਾਹ ਨੇ ਫਰਮਾਇਆ ਕਿ ਹਾਂ ਭਾਈ, ਤੂੰ ਤਾਂ ਇੱਕ ਨੂੰ ਹੀ ਨਾਮ ਦਿੱਤਾ ਹੈ ਅਤੇ ਐਗਜ਼ੀਮਾ ਹੋ ਗਿਆ। ਅਸੀਂ ਕਿੰਨੇ ਜੀਵਾਂ ਨੂੰ ਨਾਮ ਦਿੰਦੇ ਹਾਂ, ਸਾਨੂੰ ਕਿੰਨਾ ਬੋਝ ਆਉਂਦਾ ਹੋਵੇਗਾ। ਅਤੇ ਫਿਰ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ ਕਿ ਨਾਮ ਕੋਈ ਲਫ਼ਜ਼ ਨਹੀਂ, ਇਹ ਤਾਂ ਮਾਲਕ ਦੀ ਦਰਗਾਹ 'ਚ ਨਾਮ ਦਰਜ ਕਰਾਉਣਾ ਪੈਂਦਾ ਹੈ ਅਤੇ ਫੋਟੋ ਭੇਜਣੀ ਪੈਂਦੀ ਹੈ। ਅਤੇ ਫਿਰ ਫਰਮਾਇਆ ਕਿ ਲੋਕਾਂ ਨੇ ਤਾਂ ਇੱਕ ਮਾਹੌਲ ਬਣਾ ਕੇ ਰੱਖਿਆ ਹੈ। ਜਿੰਨੀਆਂ ਮਸਤਾਨਾ ਜੀ ਨੇ ਗੱਲਾਂ ਖੋਲ੍ਹੀਆਂ ਨੇ, ਕਿਸੇ ਨੇ ਨਹੀਂ ਖੋਲ੍ਹੀਆਂ। ਫਿਰ ਆਪ ਜੀ ਨੇ ਰਾਜਸਥਾਨ ਦੇ ਪਿੰਡ ਗੁਸਾਈ ਵਾਲਾ ਨਾਈ ਵਾਲੀ ਸਾਖੀ ਸੁਣਾਈ। ਵਚਨ ਨੰਬਰ 1209। ਅੱਜ ਡੇਰਾ ਜਗਮਾਲ ਵਾਲੀ ਵਿੱਚ ਬਹੁਤ ਸਰਦੀ ਹੈ ਅਤੇ ਸਰਸਾ ਤੋਂ ਮੋਹਨ ਸੇਠੀ ਨੇ ਕਿਹਾ, ਜੀ ਅੱਜ ਤਾਂ ਠੰਡ ਕਾਫੀ ਹੈ। ਤਾਂ ਪੂਜਯ ਮਨੀਸ਼ ਸਾਹਿਬ ਜੀ ਹੱਸਦੇ ਹੋਏ ਫਰਮਾਇਆ ਕਿ ਸਰਦੀ ਤਾਂ ਹੈ,
ਠੰਡ ਵੀ ਹੈ। ਤੇ ਫਿਰ ਮਿਰਜ਼ਾਪੁਰ ਤੋਂ ਆਏ ਵਕੀਲ ਸਾਹਿਬ ਨੇ ਆਪਣੇ ਇਲਾਕੇ ਦੀ ਗੱਲਬਾਤ ਕਰਦੇ ਹੋਏ ਪੂਜਯ ਮਨੇਰ ਸਾਹਿਬ ਜੀ ਨੂੰ ਦੱਸਿਆ ਜੀ, ਅੱਗੇ ਤਾਂ ਸਤਿਗੁਰ ਦੀ ਮੌਜ ਹੈ, ਪਰ ਜਦੋਂ ਦਾ ਆਪ ਜੀ ਦਾ ਸਾਡੇ ਸਾਸੰਗ ਹੋਇਆ ਹੈ, ਇਸ ਗੱਲ ਦੀ ਬਹੁਤ ਚਰਚਾ ਹੈ। ਸਾਰਾ ਇਲਾਕਾ ਸਾਰਾ ਨਾਮਧਾਰੀ ਹੈ। ਜਿੱਥੇ ਵੀ 4 ਆਦਮੀ ਬੈਠਦੇ ਨੇ ਬਸ ਇਹੀ ਗੱਲਾਂ ਕਰਦੇ ਨੇ। ਤੇ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਪਹਿਲਾਂ ਤਾਂ ਉਹ ਬਹੁਤ ਨਫ਼ਰਤ ਕਰਦੇ ਸੀ, ਹੁਣ ਨਾਮਧਾਰੀਏ ਸੜਨ ਲੱਗ ਜਾਣਗੇ। ਸ਼ਰੀਅਤ ਵਾਲੇ ਫਕੀਰਾਂ ਦੇ ਸਾਰੇ ਵੈਰੀ ਨੇ ਅਤੇ ਸਾਰੇ ਹੀ ਸੜਦੇ ਰਹੇ ਨੇ। ਵਚਨ ਨੰਬਰ 1210। ਅੱਜ ਰਾਤ ਦੀ ਮਜਲਿਸ ਵਿੱਚ ਹੀ ਪਿੰਡ ਮਿਰਜ਼ਾਪੁਰ ਤੋਂ ਆਏ ਵਕੀਲ ਪ੍ਰੇਮੀ ਕਹਿਣ ਲੱਗੇ ਜੀ, ਰਜਨੀਸ਼ ਦੀ ਇੱਕ ਵਾਰੀ ਤਾਂ ਬਹੁਤ ਚਰਚਾ ਚੱਲੀ ਸੀ। ਤਾਂ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਇਹ ਸਭ ਠੱਗੀਆਂ ਨੇ, ਸਭ ਦੀ ਪੋਲ ਨਿਕਲ ਗਈ ਹੈ। ਇੰਗਲੈਂਡ ਤੋਂ ਆਏ ਇੱਕ ਪ੍ਰੇਮੀ ਢਿੱਲੋਂ ਸਾਹਿਬ ਕਹਿਣ ਲੱਗੇ, ਹਾਂ ਜੀ, ਪਹਿਲਾਂ ਤਾਂ TV 'ਤੇ ਇਸ ਦੀ ਇੰਟਰਵਿਊ ਸੁਣਾਉਂਦੇ ਸੀ। ਤੇ ਪੂਜਯ ਮਨੇਰ ਸਾਹਿਬ ਜੀ ਨੇ ਪੁੱਛਿਆ ਕਿ ਹੁਣ ਵੀ ਸੁਣਾਉਂਦੇ ਨੇ? ਤਾਂ ਢਿੱਲੋਂ ਸਾਹਿਬ ਨੇ ਕਿਹਾ ਕਿ ਨਹੀਂ ਜੀ, ਹੁਣ ਨਹੀਂ। ਤਾਂ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਇਹ ਸਾਰਾ ਕਾਲ ਦਾ ਚੱਕਰ ਹੈ। ਤੇ ਫਿਰ ਫਰਮਾਇਆ ਕਿ ਹਿਮਾਲਿਆ ਵਿੱਚ ਇਹਨਾਂ ਸਮਾਧੀ ਦੇ ਲਈ ਟੈਂਕ ਬਣਾਏ ਸੀ, ਪਤਾ ਨਹੀਂ ਕਿੰਨੇ 100 ਰੁਪਏ ਫੀ ਘੰਟਾ ਉਸ ਵਿੱਚ ਸਮਾਧੀ ਲਗਵਾਉਂਦੇ ਸੀ। ਤੇ ਫਿਰ ਫਰਮਾਇਆ ਕਿ ਮੁਕਤੀ ਮੁੱਲ ਵਿਕਦੀ ਹੈ। ਫਿਰ ਫਰਮਾਇਆ ਕਿ ਇਹ ਸਭ ਠੱਗੀਆਂ ਨੇ। ਵਚਨ ਨੰਬਰ 1211। ਅੱਜ ਰਾਤ ਦੀ ਮਜਲਿਸ ਦੀ ਸਮਾਪਤੀ 'ਤੇ ਦੋਨੋਂ ਬਾਗੜੀ ਸ਼ਬਦ ਰਾਤ ਨੂੰ ਜਾਗਣ ਬਾਰੇ ਬੋਲੇ। ਤਾਂ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਬਾਹਰ ਦਾ ਜਾਗਣਾ ਹੀ ਔਖਾ ਹੈ। ਇੱਕ ਵਾਰੀ ਮਸਤਾਨਾ ਜੀ ਰਾਤ ਨੂੰ 10 ਵਜੇ ਕਹਿੰਦੇ ਕਿ ਜਾ ਕੇ ਦੇਖੋ ਕਿ ਸਾਰਾ ਸ਼ਹਿਰ ਸੁੱਤਾ ਪਿਆ ਹੈ। ਵਚਨ ਨੰਬਰ 1212। ਪੂਜਯ ਮਨੇਰ ਸਾਹਿਬ ਜੀ ਆਪਣੀ ਪੜ੍ਹਾਈ ਬਾਰੇ ਜ਼ਿਕਰ ਕਰਦੇ ਹੋਏ ਫਰਮਾਇਆ ਕਿ ਹਿੰਦੀ ਅਸੀਂ ਘੱਟ ਹੀ ਪੜ੍ਹੀ ਹੈ, ਆਪਣੇ ਮਤਲਬ ਜੋਗੀ ਪੜ੍ਹ ਲੈਂਦੇ ਹਾਂ। ਸਤਿਗੁਰ ਨੇ ਕੰਮ ਲੈਣਾ ਸੀ, ਸਾਰੀਆਂ ਹੀ ਥੋੜ੍ਹੀਆਂ ਥੋੜ੍ਹੀਆਂ ਆਉਂਦੀਆਂ ਨੇ। ਹਿੰਦੀ, ਪੰਜਾਬੀ, ਅੰਗਰੇਜ਼ੀ, ਫਾਰਸੀ, ਉਰਦੂ ਦੀ ਪੜ੍ਹਾਈ ਉਦੋਂ ਜ਼ਿਆਦਾ ਸੀ। ਉਰਦੂ ਸਾਨੂੰ ਚੰਗੀ ਤਰ੍ਹਾਂ ਆਉਂਦਾ ਹੈ। ਵਚਨ ਨੰਬਰ 1213। ਅੱਜ ਦੁਪਹਿਰ ਬਾਅਦ ਪਿੰਡ ਬੜਿੰਗ ਖੇੜਾ ਦੀ ਸੰਗਤ ਛਟੀਆਂ ਦੀ ਟਰਾਲੀ ਲੈ ਕੇ ਦਰਬਾਰ ਵਿੱਚ ਆਈ। ਤਾਂ ਪੂਜਯ ਮਨੇਰ ਸਾਹਿਬ ਜੀ ਉਸ ਸਾਰੀ ਸੰਗਤ ਨੂੰ ਥੜੇ 'ਤੇ ਹੀ ਮਿਲੇ। ਤੇ ਸੰਗਤ ਨੇ ਪੂਜਯ ਮਨੇਰ ਸਾਹਿਬ ਜੀ ਨੂੰ ਪਿੰਡ ਵਿੱਚ ਸਤਸੰਗ ਕਰਨ ਲਈ ਬੇਨਤੀ ਕੀਤੀ ਤੇ ਕਿਹਾ ਜੀ ਕਿ ਸਾਰੇ ਪਿੰਡ 'ਚ ਹੁਣ ਬਹੁਤ ਪ੍ਰੇਮ ਹੈ, ਸਾਰਿਆਂ ਦੀ ਲਗਨ ਇੱਧਰ ਡੇਰੇ ਵੱਲ ਕਾਫੀ ਹੈ, ਪਰ ਹਾਲੀ ਵੀ ਕਈ ਆਦਮੀ ਨੇ ਪਿੰਡ 'ਚ ਉਹ ਸਾਨੂੰ ਮਖੌਲ ਕਰਦੇ ਨੇ। ਤੇ ਜਦੋਂ ਅਸੀਂ ਡੇਰੇ ਆਉਣਾ ਹੁੰਦਾ ਹੈ ਤਾਂ ਉਸ ਵੇਲੇ ਸਾਨੂੰ ਉਹ ਮਖੌਲ ਕਰਦੇ ਨੇ ਕਿ ਇਹ ਚੱਲੇ ਨੇ ਗੋਹਾ ਕੂੜਾ ਕਰਨ ਡੇਰੇ। ਤਾਂ ਇਹ ਗੱਲ ਸੁਣ ਕੇ ਪੂਜਯ ਮਨੇਰ ਸਾਹਿਬ ਜੀ ਹੱਸਣ ਲੱਗੇ ਤੇ ਫਰਮਾਇਆ ਇਹ ਗੋਹਾ ਕੂੜਾ ਹੀ ਮੁਸ਼ਕਲ ਨਾਲ ਮਿਲਦਾ ਹੈ। ਤੇ ਫਿਰ ਫਰਮਾਇਆ ਇਹ ਗੋਹਾ ਕੂੜਾ ਨਹੀਂ, ਇਹ ਤਾਜ ਹੈ। ਵਚਨ ਨੰਬਰ 1214। ਅੱਜ ਰਾਤ ਦੀ ਮਜਲਿਸ ਵਿੱਚ ਗੁਰਬਾਣੀ ਦਾ ਸ਼ਬਦ ਰਾਮਾ ਹਮ ਦਾਸਨ ਦਾਸ ਕਰੀਜੇ ਬੋਲਿਆ। ਤਾਂ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਤਾਂ ਹੀ ਤਾਂ ਕਹਿੰਦੇ ਨੇ ਕਿ ਇਹ ਦੁਨੀਆ ਨਾਲੋਂ ਅੱਡ ਰਸਤਾ ਹੈ, ਭਗਤਾਂ ਦਾ ਤੇ ਸੰਸਾਰੀਆਂ ਦਾ ਜੋੜ ਕਦੇ ਨਾ ਆਇਆ। ਤੇ ਫਿਰ ਫਰਮਾਇਆ ਕਿ ਬਾਹਰ ਤਾਂ ਕਾਮ ਕ੍ਰੋਧ ਦਾ ਕੰਮ ਹੈ, ਇੱਥੇ ਸ਼ੀਲ ਸੰਤੋਸ਼ ਦੀਨਤਾ ਦਾ ਕੰਮ ਹੈ ਤੇ ਗਰੀਬੀ ਦਾ ਕੰਮ ਹੈ। ਦੁਨੀਆ 'ਚ ਜ਼ੋਰ ਨਾਲ ਤੇ ਹੋਰ ਕਿਵੇਂ ਕੰਮ ਹੁੰਦਾ ਹੈ, ਪਰ ਇੱਥੇ ਤਾਂ ਦਾਸਾਂ ਦੇ ਦਾਸ ਬਣੇ ਇਹ ਜੀਵ ਫੇਰ ਕੁਝ ਖੱਟਦਾ ਹੈ। ਵਚਨ ਨੰਬਰ 1215। ਅੱਜ ਡੇਰਾ ਜਗਮਾਲ ਵਾਲੀ ਵਿੱਚ ਰਾਤ ਦੀ ਮਜਲਿਸ 'ਚ ਸਰਸਾ ਦੀ ਸੰਗਤ ਵੀ ਟਰੱਕ 'ਤੇ ਆਈ ਤੇ ਉਹਨਾਂ ਦੇ ਨਾਲ ਕਈ ਛੋਟੇ ਛੋਟੇ ਬੱਚੇ ਵੀ ਆਏ। ਤਾਂ ਪੂਜਯ ਮਨੇਰ ਸਾਹਿਬ ਜੀ ਦੇ ਅੱਗੇ ਉਹਨਾਂ ਨੇ ਮੁਜਰਾ ਕੀਤਾ। ਤਾਂ ਪੂਜਯ ਮਨੇਰ ਸਾਹਿਬ ਜੀ ਨੂੰ ਫਰਮਾਇਆ ਕਿ ਮਸਤਾਨਾ ਜੀ ਕਿਹਾ ਕਰਦੇ ਸੀ ਕਿ ਸਰਸੇ ਦੇ ਛੋਰੇ ਭਲੇ ਜੋ ਨਾਮ ਜਪਣ। ਤੇ ਫਿਰ ਫਰਮਾਇਆ ਕਿ ਇਹ ਸਾਰੀਆਂ ਪੁਰਾਣੀਆਂ ਰੂਹਾਂ ਨੇ। ਅਤੇ ਫਿਰ ਆਪ ਜੀ ਨੇ ਲਾਂਗਰੀ ਬਾਲੂ ਰਾਮ ਦੀ ਗੱਲ ਸੁਣਾਈ ਕਿ ਇਹ ਇੱਧਰ ਕਿਵੇਂ ਲੱਗਿਆ ਹੈ। ਤੇ ਫਿਰ ਆਪ ਜੀ ਨੇ ਮਸਤਾਨਾ ਜੀ ਦੀ 1957 ਤੇ 58 ਦੇ ਜੋ ਵਚਨ ਸੀ ਕਿ ਜੈਪੁਰ ਤੇ ਜੋਧਪੁਰ ਜਾਵਾਂਗੇ, ਉੱਧਰ ਗੁਰੂ ਨਾਨਕ ਸਾਹਿਬ, ਕਬੀਰ ਸਾਹਿਬ ਦੀਆਂ ਬਹੁਤ ਰੂਹਾਂ ਪਈਆਂ ਨੇ। ਵਚਨ ਨੰਬਰ 1216। ਸਰਸਾ ਤੋਂ ਹੀ ਆਏ ਛੋਟੇ ਛੋਟੇ ਬੱਚੇ ਵਾਰ-ਵਾਰ ਉੱਠ ਕੇ ਨੱਚ ਰਹੇ ਸੀ
ਤਾਂ ਦਿੱਲੀ ਤੋਂ ਆਏ ਜੱਜ ਸਾਹਿਬ ਜੀ ਦੇ ਲੜਕੇ ਰਾਮ ਸਰਨ ਜੀ ਕਹਿਣ ਲੱਗੇ, ਇਹ ਜਿਹੜੇ ਬੱਚੇ ਨੱਚ ਰਹੇ ਨੇ ਇਹ ਸਭ ਪੁਰਾਣੀਆਂ ਰੂਹਾਂ ਨੇ, ਜਿਹੜੇ ਇੰਨੀ ਸਰਦੀ 'ਚ ਇੰਨੀ ਦੂਰੋਂ ਆਏ ਨੇ ਅਤੇ ਕਿੰਨੀ ਮਸਤੀ ਨਾਲ ਨੱਚਦੇ ਨੇ। ਤਾਂ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ, ਬਿਲਕੁਲ ਠੀਕ ਹੈ। ਅਤੇ ਇਸ ਤੋਂ ਬਾਅਦ ਪੂਜਯ ਮਨੀਸ਼ ਸਾਹਿਬ ਜੀ ਨੇ ਯੂਪੀ ਦੇ ਪਿੰਡ ਗੇਜਾ ਤੋਂ ਆਈ ਲੜਕੇ ਮੁਕੇਸ਼ ਕੁਮਾਰ ਦੀ ਚਿੱਠੀ, ਜਿਹੜੀ ਕਿ ਬਹੁਤ ਹੀ ਪ੍ਰੇਮ ਅਤੇ ਇਸ਼ਕ ਦੀ ਸੀ, ਸੁਣਾਈ। ਫਰਮਾਇਆ ਕਿ ਦਿੱਲੀ ਸਾਨੂੰ ਮਿਲਿਆ ਸੀ, ਇਸ ਤਰ੍ਹਾਂ ਜੋਸ਼ ਨਾਲ ਗੱਲਾਂ ਕਰਦਾ ਸੀ ਅਤੇ ਅਸੀਂ ਹੈਰਾਨ ਹੋਏ। ਇਹ ਚਿੱਠੀ ਸਰਸਾ ਤੋਂ ਸੋਹਣ ਸੇਠੀ ਨੇ ਖੜੇ ਹੋ ਕੇ ਪੜ੍ਹੀ। ਲਿਖਿਆ ਕਿ ਖੁਦ ਖੁਦਾ ਸਤਿਗੁਰੂ ਮਨੇਜ ਸਾਹਿਬ ਜੀ, ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਇਸ ਕਾਲ ਦੇ ਦੇਸ਼ 'ਚ ਦਿਲ ਨਹੀਂ ਲੱਗਦਾ। ਤੁਹਾਡੀ ਯਾਦ ਹਰ ਵੇਲੇ ਬਣੀ ਰਹਿੰਦੀ ਹੈ। ਆਪ ਜੀ ਦੇ ਦਰਸ਼ਨ ਹਰ ਰੋਜ਼ ਰਾਤ ਨੂੰ ਸੌਣ ਵੇਲੇ ਹੀ ਹੁੰਦੇ ਨੇ। ਮੇਰੇ ਘਰ ਵਾਲੇ ਮੇਰੇ ਬਹੁਤ ਬਰਖਲਾਫ ਨੇ, ਇੱਥੇ ਤੱਕ ਕਿ ਉਹ ਮੈਨੂੰ ਮਾਰਨ ਦੀ ਕੋਸ਼ਿਸ਼ ਵੀ ਕਰਦੇ ਨੇ, ਪਰ ਹਰ ਵਾਰ ਮੇਰੇ ਸੱਚੇ ਖੁਦਾ ਮੈਨੇਜਰ ਸਾਹਿਬ ਜੀ ਮੇਰੀ ਸੰਭਾਲ ਕਰਦੇ ਨੇ। ਉਹ ਕਈ ਵਾਰੀ ਮੈਨੂੰ ਮਾਰਦੇ ਵੀ ਨੇ, ਪਰ ਜਿੰਨਾ ਉਹ ਮੈਨੂੰ ਮਾਰਦੇ ਨੇ ਮੈਨੂੰ ਓਨਾ ਹੀ ਆਨੰਦ ਆਉਂਦਾ ਹੈ। ਬੱਚੇ ਦੀ ਗੱਲ ਸੁਣ ਕੇ ਸੰਗਤ ਅਤੇ ਪੂਜਯ ਮਨੀਸ਼ ਸਾਹਿਬ ਜੀ ਹੱਸਣ ਲੱਗੇ। ਬਾਕੀ ਜਦੋਂ ਵੀ ਮੈਂ ਸਕੂਲ ਜਾਂਦਾ ਹਾਂ ਸਾਰੇ ਲੜਕੇ ਮੈਨੂੰ ਮਾਰਦੇ ਨੇ। 3-4 ਲੜਕੇ ਤਾਂ ਬਹੁਤ ਹੀ ਖਰਾਬ ਨੇ, ਉਹ ਮੈਨੂੰ ਬਹੁਤ ਕੁੱਟਦੇ ਨੇ। ਜਦੋਂ ਵੀ ਮੈਂ ਸਕੂਲ ਜਾਂਦਾ ਹਾਂ ਅਤੇ ਸਾਰੇ ਬੱਚੇ ਮੈਨੂੰ ਕਹਿੰਦੇ ਨੇ ਕਿ ਧੰਨ ਧੰਨ ਸਤਿਗੁਰੂ ਜਾ ਰਿਹਾ ਹੈ, ਪਕੜੋ ਇਸ ਨੂੰ। ਇਹ ਗੱਲ ਸੁਣ ਕੇ ਸਾਰੀ ਸੰਗਤ ਫੇਰ ਜ਼ੋਰ-ਜ਼ੋਰ ਦੀ ਹੱਸਣ ਲੱਗੀ। ਫਿਰ ਮੁਕੇਸ਼ ਨੇ ਲਿਖਿਆ ਕਿ ਜਦੋਂ ਆਪ ਦਿੱਲੀ ਆਓਗੇ ਉਦੋਂ ਮੈਂ ਤੁਹਾਡੇ ਨਾਲ ਹੀ ਚੱਲੂੰਗਾ। ਤੁਸੀਂ ਮੇਰੇ 'ਤੇ ਦਇਆ ਮਿਹਰ ਦਾ ਹੱਥ ਰੱਖਣਾ, ਖੱਤ ਦਾ ਜਵਾਬ ਜਲਦੀ ਦੇਣਾ। ਅਤੇ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ ਕਿ ਇਹ ਸਾਰੀਆਂ ਪੁਰਾਣੀਆਂ ਰੂਹਾਂ ਨੇ, ਪਹਿਲਾਂ ਵੀ ਦੱਸਦਾ ਸੀ। ਅਤੇ ਫਿਰ ਫਰਮਾਇਆ ਕਿ ਪਿਛਲੀ ਵਾਰ ਸਾਨੂੰ ਮਾਣਕ ਚੰਦ ਨੇ ਸਾਨੂੰ ਦੱਸਿਆ ਸੀ। ਅਤੇ ਫਿਰ ਫਰਮਾਇਆ ਕਿ ਜਦੋਂ ਦਿੱਲੀ ਗਏ ਤਾਂ ਗੇਜੇ ਜਾ ਕੇ ਆਵਾਂਗੇ। ਵਚਨ ਨੰਬਰ 1217। ਅੱਜ ਸੰਗਰਾਂਦ ਦਾ ਦਿਨ ਹੈ, ਦੇਸੀ ਮਹੀਨਾ ਮਾਘ ਦਾ ਚੜ੍ਹਿਆ ਹੈ। ਤਾਂ ਪੂਜਯ ਮਨੀਸ਼ ਸਾਹਿਬ ਜੀ ਨੇ ਕਿਤਾਬ 'ਚੋਂ 12 ਮਾਹ ਕੱਢਿਆ ਅਤੇ ਮਾਘ ਦਾ ਮਹੀਨਾ ਪੜ੍ਹਾਇਆ ਅਤੇ ਫਰਮਾਇਆ ਕਿ ਅੱਜ ਦੇ ਦਿਨ ਨਾਲੇ ਤਾਂ ਪੜ੍ਹਦੇ ਨੇ ਕਿ ਮਾਘ ਮੰਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਨਾਲੇ ਬਾਹਰ ਨਹਾਈ ਜਾਂਦੇ ਨੇ ਅਤੇ ਸਾਧੂ ਦਾ ਕਿਸੇ ਦਾ ਖਿਆਲ ਵੀ ਨਹੀਂ। ਉਹਨਾਂ ਨੇ ਦੱਸਿਆ ਕਿ ਇਹ ਧੂੜ ਤੁਹਾਡੇ ਅੰਦਰ ਹੈ, ਕਿਸੇ ਸਾਧੂ ਦੇ ਕੋਲ ਰਸਤਾ ਪੁੱਛ ਕੇ ਅੰਦਰ ਜਾਓ ਅਤੇ ਉਹ ਧੂੜ ਅੰਦਰ ਹੈ, ਬਾਹਰ ਨਹੀਂ। ਤੁਲਸੀ ਸਾਹਿਬ ਨੇ ਫਰਮਾਇਆ ਹੈ ਕਿ ਤੁਲਸੀ ਛਿਨ ਛਿਨ ਸੁਰਤ ਸੰਭਾਲ ਲਾਰ ਦ੍ਰਿਕੇ ਰਹੋ, ਕਿ ਮਿੰਟ ਤੇ ਸੈਕਿੰਡ ਦੇ ਖਿਆਲ ਨੂੰ ਅੱਖਾਂ ਦੇ ਪਿੱਛੇ ਖੜਾ ਕਰਕੇ ਸਿਮਰਨ ਕਰ, ਫਿਰ ਉਹ ਸਾਰ ਵਸਤੂ ਅੰਦਰ ਆ ਜਾਏਗੀ। ਅਤੇ ਫਿਰ ਫਰਮਾਇਆ, ਅਰੇ ਹਾਂ ਤੁਲਸੀ ਸੰਤ ਚਰਨ ਕੀ ਧੂੜ ਨੂਰ ਦਰਸਾਇਆ। ਉੱਥੋਂ ਦਾ ਜਿਹੜਾ ਨੂਰ ਹੈ ਉਹ ਸੰਤਾਂ ਦੇ ਚਰਨਾਂ ਦੀ ਧੂੜ ਹੈ। ਅਤੇ ਫਿਰ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ ਕਿ ਉਹਨਾਂ ਫਕੀਰਾਂ ਨੇ ਦੇਖਿਆ ਕਿ ਬਾਹਰ ਦੁਨੀਆ ਇਸੇ ਤਰ੍ਹਾਂ ਪੂਜਦੀ ਹੈ। ਫਿਰ ਉਹਨਾਂ ਹਰ ਮਹੀਨੇ ਦਾ ਲਿਖਿਆ ਹੈ। ਇਹ 12 ਮਾਹ ਅਸਲ ਚੀਜ਼ ਅੰਦਰ ਹੈ, ਪਰ ਇਹ ਦੁਨੀਆ ਨੇ ਬਾਹਰ ਹੀ ਬਾਹਰ ਰਹਿਣਾ ਹੈ। ਅਸਲੀ ਮਾਘੀ ਇਹ ਹੈ ਕਿ ਸਿਮਰਨ ਕਰਕੇ ਖਿਆਲ ਨੂੰ ਅੱਖਾਂ ਦੇ ਪਿੱਛੇ ਇਕੱਠਾ ਕਰੇ ਅਤੇ ਅੰਦਰ ਸਤਿਗੁਰੂ ਨੂੰ ਪ੍ਰਗਟ ਕਰੇ। ਪਹਿਲਾਂ ਉਹ ਫਕੀਰਾਂ ਦੇ ਰੂਪ 'ਚ ਆਉਂਦਾ ਹੈ ਅਤੇ ਫਿਰ ਇਸ ਨੂੰ ਅੱਗੇ ਲੈ ਕੇ ਜਾਂਦਾ ਹੈ। ਅਤੇ ਅੱਗੇ ਫਰਮਾਇਆ ਕਿ ਮਸਤਾਨਾ ਜੀ ਟਾਈਮ ਤਾਂ ਰਾਤ ਨੂੰ 2-3 ਵਜੇ ਤੱਕ ਆਮ ਹੀ ਮਜਲਿਸ ਚੱਲਦੀ ਰਹਿੰਦੀ ਸੀ। ਗੰਗਾ ਨਗਰ ਰਾਤ ਨੂੰ 2-3 ਵਜੇ ਮਜਲਿਸ ਖਤਮ ਹੋਈ ਤਾਂ ਮਸਤਾਨਾ ਜੀ ਨੇ ਉੱਥੇ ਅੰਦਰ ਜਾਣ ਲੱਗੇ। ਫਰਮਾਇਆ ਕਿ ਅਸਲੀ ਧੂੜ ਅੰਦਰ ਹੈ, ਇਹ ਅਸਲੀ ਰਸਤਾ ਹੈ ਜੋ ਪਕੜੇ, ਜਿਹੜਾ ਇਸ ਰਸਤੇ 'ਤੇ ਪੈਂਦਾ ਹੈ ਅਤੇ ਦੁਨੀਆ ਵੀ ਉਸ ਦੇ ਪਿੱਛੇ ਹੈ। ਅਤੇ ਫਿਰ ਫਰਮਾਇਆ ਕਿ ਇਹ ਅਸਲੀ ਮਾਘੀ ਨਹਾਉਣਾ ਹੈ ਜੇ ਕੋਈ ਨਹਾਏ। ਵਚਨ ਨੰਬਰ 1218। ਪੂਜਯ ਮਨੀਸ਼ ਸਾਹਿਬ ਜੀ ਨੇ ਵਚਨ ਫਰਮਾਇਆ ਕਿ ਇਸ ਪ੍ਰੇਮ ਨਾਲੋਂ ਵੱਡਾ ਹੋਰ ਕਿਹੜਾ ਭਜਨ ਹੈ। ਇਹੀ ਭਜਨ ਹੈ, ਇਸ ਪ੍ਰੇਮ ਦੀ ਹੀ ਮਾਲਕ ਦੇ ਦਰਬਾਰ 'ਚ ਕਦਰ ਹੈ। ਵਚਨ ਨੰਬਰ 1219। ਅੱਜ ਡੇਰਾ ਜਗਮਾਲ ਵਾਲੀ ਵਿੱਚ ਰਾਤ ਦੀ ਮਜਲਿਸ 'ਚ ਕਬੀਰ ਸਾਹਿਬ ਜੀ ਦੀ ਬਾਣੀ ਦਾ ਸਿਮਰਨ ਦਾ ਅੰਗ ਬੋਲਿਆ ਗਿਆ। ਤਾਂ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ ਕਿ ਸੁੱਖ 'ਚ ਤਾਂ ਯਾਦ ਕਰਦਾ ਹੀ ਨਹੀਂ, ਸੁੱਖ 'ਚ ਤਾਂ ਵੈਸੇ ਹੀ ਭੁੱਲ ਜਾਂਦਾ ਹੈ, ਦੁੱਖ ਵਿੱਚ ਤਾਂ ਥੋੜ੍ਹਾ ਬਹੁਤ ਯਾਦ ਆਉਂਦਾ ਹੈ, ਸੁੱਖ ਵਿੱਚ ਤਾਂ ਇਹ ਸਿਮਰਨ ਕਰ ਹੀ ਨਹੀਂ ਸਕਦਾ। ਅਤੇ ਫਿਰ ਫਰਮਾਇਆ ਕਿ ਬਾਹਰ ਦਾ ਸੁੱਖ ਤਾਂ ਮਾਇਆ ਦਾ ਜਾਲ ਹੈ,
ਤੇ ਫਿਰ ਫਰਮਾਇਆ ਕਿ ਜਿੱਥੇ ਸੁੱਖ ਸੰਸਾਰ ਕੇ ਸਭ ਹੀ ਮਾਇਆ ਜਾਲ। ਅਤੇ ਫਿਰ ਪੂज्य मनीष साहब जी ने ਆਪਣੇ ਮੁਖਾਰਬਿੰਦ ਤੋਂ ਫਰਮਾਇਆ ਕਿ ਸੁੱਖ ਆਇਆ ਨਹੀਂ ਤਾਂ ਬਸ ਇਹ ਭੁੱਲਿਆ ਨਹੀਂ। ਦੁੱਖ ਦੀ ਘੜੀ ਗਨੀਮਤ ਜਾਨੋ, ਉਹਨਾਂ ਗਨੀਮਤ ਕਿਹਾ ਹੈ। ਦੁੱਖ ਵਿੱਚ ਹੀ ਇਹ ਯਾਦ ਕਰਦਾ ਹੈ, ਚਾਹੇ ਬਿਮਾਰੀ ਕਰਕੇ ਯਾਦ ਕਰਦਾ ਤਾਂ ਹੈ। ਤੇ ਫਿਰ ਫਰਮਾਇਆ ਕਿ ਰਾਜਪੁਰੇ ਤੋਂ ਇੱਕ ਪੇਂਟਰ ਆਉਂਦਾ ਸੋਮਨਾਥ, ਉਸਨੇ ਰੋਜ਼ 300-400 ਰੁਪਏ ਕਮਾਉਣੇ ਨੇ, ਜਿਹੜਾ ਕਹੇ ਮੈਂ ਇਸ ਤੋਂ ਹੀ ਕੰਮ ਕਰਾਉਣਾ ਹੈ। ਤੇ ਫਿਰ ਪੂज्य मनीष साहब जी ਨੇ ਫਰਮਾਇਆ ਕਿ ਸਿਮਰਨ ਨਾ ਸੁੱਖ ਵਿੱਚ ਹੁੰਦਾ ਹੈ ਅਤੇ ਨਾ ਦੁੱਖ ਵਿੱਚ ਹੁੰਦਾ ਹੈ। ਅਤੇ ਫਿਰ ਪੂज्य मनीष साहब जी ਨੇ ਪਿੰਡ ਬੇਗੂ ਦੇ ਪ੍ਰੇਮੀ ਪਰਸਰਾਮ ਦੀ ਗੱਲ ਸੁਣਾਇਆ ਕਿ ਉਹ ਡੇਰੇ ਆਇਆ, 2-4 ਖੱਖੜੀਆਂ ਤੇ 2-4 ਬਾਜਰੀ ਦੇ ਸਿੱਟੇ ਉਹਦੇ ਆਪਣੇ ਹੱਥ ਵਿੱਚ ਸਨ, ਇੱਕ ਆਪਣੇ ਖੇਤ ਦੇ ਤੇ ਦੂਸਰੇ ਖੇਤ ਦੇ। ਉਸ ਵੇਲੇ ਪੰਡਿਤ ਪਹਿਰੇ 'ਤੇ ਸੀ। ਕਹਿੰਦਾ ਕਿ ਮੈਂ ਮਸਤਾਨਾ ਜੀ ਦੇ ਦਰਸ਼ਨ ਕਰਨੇ ਨੇ। ਉਹ ਕਹਿੰਦਾ ਕਿ ਮਸਤਾਨਾ ਜੀ ਨਹਾ ਰਹੇ ਨੇ। ਤੇ ਪਰਸਰਾਮ ਕਹਿੰਦਾ ਕਿ ਤੂੰ ਜਾ ਕੇ ਪੁੱਛਾ, ਕਹਿਣਗੇ ਤਾਂ ਮੈਂ ਡੇਰੇ ਨਹੀਂ ਆਉਂਦਾ। ਪੰਡਿਤ ਅੰਦਰ ਗਿਆ ਤੇ ਮਸਤਾਨਾ ਜੀ ਕਹਿੰਦੇ ਕਿ ਲਿਆ ਬਈ, ਤੁਸੀਂ ਆਦਮੀ ਨੂੰ ਦੇਖਦੇ ਨਹੀਂ। ਤਾਂ ਉਹ ਅੰਦਰ ਗਿਆ ਤਾਂ ਮਸਤਾਨਾ ਜੀ ਕਹਿੰਦੇ ਕਿੱਥੇ ਪਰਸਾ, ਤੂੰ ਆਉਂਦਾ ਹੀ ਨਹੀਂ। ਕਹਿੰਦਾ ਜੀ ਸਾਡੇ ਤਾਂ ਇਸ ਵਾਰ 13 ਸੇਰ ਦਾਣੇ ਨਹੀਂ ਹੋਏ, ਇਹ ਸਾਰੇ ਖੇਤ ਦੇ ਸਿੱਟੇ ਨੇ, ਫਲਾਣੇ ਖੇਤ ਦੇ। ਤਾਂ ਮਸਤਾਨਾ ਜੀ ਕਹਿੰਦੇ ਕਿ ਪੁੱਤਰ ਕੋਈ ਗੱਲ ਨਹੀਂ, ਘਾਟਾ ਨਫਾ ਹੁੰਦਾ ਹੀ ਰਹਿੰਦਾ ਹੈ, ਕਦੀ ਦਾਣੇ ਹੋ ਗਏ ਕਦੇ ਨਾ ਹੋਏ, ਇਹ ਤਾਂ ਹੁੰਦਾ ਹੀ ਰਹਿੰਦਾ ਹੈ। ਤਾਂ ਉਹ ਨਾਰਾਜ਼ ਹੋ ਕੇ ਚਲਾ ਗਿਆ। ਤੇ ਮਸਤਾਨਾ ਜੀ ਨੇ ਪਿੱਛੇ ਇੱਕ ਆਦਮੀ ਭੇਜਿਆ ਤੇ ਬੁਲਾਇਆ, ਪਰ ਉਹ ਵਾਪਸ ਨਾ ਆਇਆ। ਫਿਰ ਦੂਸਰੇ ਨੂੰ ਭੇਜਿਆ ਤਾਂ ਵੀ ਨਾ ਆਇਆ। ਤਾਂ ਮਸਤਾਨਾ ਜੀ ਨੇ ਫਰਮਾਇਆ ਕਿ ਪਰਸੇ ਨੂੰ ਕਹਿਣਾ ਕਿ ਦੱਬ ਕੇ ਵਾਹੀ ਕਰ, ਇਹ ਤਾਂ ਹੁੰਦਾ ਹੀ ਰਹਿੰਦਾ ਹੈ। ਕਹਿੰਦਾ ਜੀ ਲੋਕ ਮੈਨੂੰ ਤਾਂ ਤਾਨੇ ਮਾਰਦੇ ਨੇ। ਫਿਰ ਵੀ ਨਾ ਆਇਆ। ਤਾਂ ਅਗਲੇ ਸਾਲ ਟਰੱਕ ਭਰ ਕੇ ਦਾਣਿਆਂ ਦਾ ਡੇਰੇ ਦੇ ਅੱਗੋਂ ਦੀ ਲਈ ਜਾਏ। ਤਾਂ ਮਸਤਾਨਾ ਜੀ ਕਹਿੰਦੇ ਕਿ ਦੇਖ ਮੈਨੇਜਰ, ਹੁਣ ਇੱਧਰ ਨੂੰ ਦੇਖਦਾ ਵੀ ਨਹੀਂ। ਕਾਲ ਕੋਲੇ ਜਾ ਕੇ ਟਰੱਕ ਖਰਾਬ ਹੋ ਗਿਆ ਤੇ ਵਾਪਸ ਡੇਰੇ ਆ ਗਿਆ। ਤਾਂ ਮਸਤਾਨਾ ਜੀ ਕਹਿੰਦੇ ਕਿਵੇਂ ਪਰਸਿਆ, ਤੂੰ ਤਾਂ ਆਉਂਦਾ ਹੀ ਨਹੀਂ। ਕਹਿੰਦਾ ਜੀ ਕੀ ਕਰੀਏ, ਦਾਣੇ ਹੀ ਨਹੀਂ ਸਾਂਭੇ ਜਾਂਦੇ, 1300 ਮਣ ਦਾਣੇ ਹੋਏ ਨੇ। ਤੇ ਗੱਲ ਸੁਣ ਕੇ ਪੂज्य मनीष साहब जी ਤੇ ਸਾਰੀ ਸੰਗਤ ਹੱਸਣ ਲੱਗੀ। ਪੂज्य मनीष साहब जी ਨੇ ਫਰਮਾਇਆ ਕਿ 13 ਸੇਰ ਦਾਣੇ ਸੀ ਤਾਂ ਨਹੀਂ ਸੀ ਆਉਂਦਾ, ਤੇ 1300 ਮਣ ਦਾਣੇ ਆਉਂਦੇ ਨੇ ਤੇ ਤਾਂ ਵੀ ਨਹੀਂ ਆਉਂਦਾ। ਸੁੱਖ ਵਿੱਚ ਤਾਂ ਇਹ ਕਰ ਹੀ ਨਹੀਂ ਸਕਦਾ। ਵਚਨ ਨੰਬਰ 1220। ਅੱਜ ਡੇਰਾ ਜਗਮਾਲ ਵਾਲੀ ਵਿੱਚ ਰਾਤ ਦੀ ਮਜਲਿਸ ਖਤਮ ਕਰਨ ਤੋਂ ਬਾਅਦ ਪੂज्य मनीष साहब जी ਕੁਰਸੀ ਤੋਂ ਉੱਠੇ ਤਾਂ ਗਦਰਾਣੇ ਤੋਂ ਆਈ ਸੰਗਤ ਨੇ ਡੇਰੇ ਦੇ ਕਈ ਕੰਮਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਆਪ ਇੱਕ ਵਾਰੀ ਆ ਕੇ ਦੇਖ ਲਓ। ਤਾਂ ਜਗਮਾਲ ਵਾਲੀ ਤੋਂ ਸੱਜਣ ਸਿੰਘ ਜੀ ਕਹਿਣ ਲੱਗੇ ਜੀ ਮੇਰੇ ਤੋਂ ਫੇਰ ਰਿਹਾ ਨਹੀਂ ਜਾਂਦਾ। ਤੁਸੀਂ ਕਹੋਗੇ ਤੁਸੀਂ ਡੇਰੇ ਤਾਂ ਲਿਜਾਂਦੇ ਹੋ, ਪਰ ਪਹਿਲਾਂ ਉਹਨਾਂ ਸਰਸੇ ਵਾਲਿਆਂ ਨਾਲ ਤਾਂ ਗੱਲ ਕਰੋ ਜਿਹੜੇ ਇੱਥੇ ਆ ਕੇ ਕਹਿ ਕੇ ਗਏ ਨੇ ਕਿ ਤੁਸੀਂ ਮਸਤਾਨਾ ਜੀ ਦੇ ਬਣਾਏ ਹੋਏ ਡੇਰਿਆਂ ਵਿੱਚ ਨਹੀਂ ਵੜਨਾ। ਤਾਂ ਗਦਰਾਣੇ ਤੋਂ ਕਬੀਰ ਜੀ ਕਹਿਣ ਲੱਗੇ ਕਿ ਉਹਨਾਂ ਕੀ ਕਹਿਣਾ, ਤੁਸੀਂ ਪੁਰਾਣੀਆਂ ਗੱਲਾਂ ਨਾ ਛੇੜੋ, ਇਹ ਤਾਂ ਟਿਕ 'ਚ ਪਾਣੀ ਪਿਲਾਉਣਾ ਪੈਂਦਾ ਹੈ, ਇਹ ਤਾਂ ਇਸ ਤਰ੍ਹਾਂ ਹੀ ਹੁੰਦੀ ਆਈ ਹੈ। ਤਾਂ ਪੂज्य मनीष साहब जी ਨੂੰ ਫਰਮਾਇਆ ਕਿ ਜਦ ਅਸੀਂ ਮਲੋਟ ਡੇਰੇ ਸੀ, ਇਹੀ ਦਿਨ ਸੀ, ਪਨੀਰੀ ਲਾਉਂਦੇ ਸੀ ਪਿਆਜ਼ਾਂ ਦੀ। ਉਹਨਾਂ ਸਰਸਿਆਂ ਵਾਲਿਆਂ ਨੇ ਸਾਡੇ ਨਾਲ ਝਗੜਾ ਕੀਤਾ ਕਿ ਜਦੋਂ ਅਸੀਂ ਉੱਥੇ ਆਉਣ ਲੱਗੇ ਤਾਂ ਅਸੀਂ ਕਿਹਾ ਕਿ ਪਨੀਰੀ ਤਾਂ ਲਾ ਲੈਣ ਦਿਓ, ਜਿਹੜਾ ਇੱਥੇ ਆਏਗਾ ਉਹ ਤਾਂ ਖਾਏਗਾ, ਜਿਹੜਾ ਇੱਥੇ ਆਏਗਾ ਉਹਨੂੰ ਤਾਂ ਸੁੱਖ ਮਿਲੇਗਾ। ਵਚਨ ਨੰਬਰ 1221। ਅੱਜ ਡੇਰਾ ਜਗਮਾਲ ਵਾਲੀ ਵਿੱਚ ਰਾਤ ਦੀ ਮਜਲਿਸ 'ਚ ਗੁਰਬਾਣੀ ਦਾ ਸ਼ਬਦ ਸਭ ਅਵਗੁਣ ਮੈਂ ਗੁਣ ਨਹੀਂ ਕੋਈ ਬੋਲਿਆ। ਤਾਂ ਪੂज्य मनीष साहब जी ਨੇ ਫਰਮਾਇਆ ਕਿ ਇਹ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਹੈ, ਜੋ ਖੁਦ ਅਕਾਲ ਪੁਰਖ ਆਏ ਸੀ ਅਤੇ ਸਾਡੇ ਸਮਝਾਉਣ ਲਈ ਸਾਨੂੰ ਦੱਸਦੇ ਨੇ ਕਿ ਐਡੀ ਨਿਮਰਤਾ ਚਾਹੀਦੀ ਹੈ ਤਾਂ ਜੀਵ ਕੁਝ ਖੱਟ ਸਕਦਾ ਹੈ। ਅੱਗੇ ਕਿਹਾ ਕਿ ਮੇਰੇ ਵਿੱਚ ਕੋਈ ਗੁਣ ਨਹੀਂ, ਜੇ ਕੋਈ ਕਹੇ ਕਿ ਮੇਰੇ ਕੁਝ ਗੁਣ ਹੈ ਤਾਂ ਉਹ ਖਤਮ, ਜਰਾ ਵੀ ਹੰਕਾਰ ਆਇਆ ਤਾਂ ਬਸ ਇਹ ਗਿਆ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਲਈ ਸਿਰਫ ਇੰਨਾ ਹੀ। ਕੱਲ੍ਹ ਫੇਰ ਆਪਣੇ ਪਿਆਰੇ ਮੁਰਸ਼ਦ ਪੂज्य मनीष साहब जी ਦੇ ਅਨਮੋਲ ਵਚਨਾਂ ਦਾ ਖਜ਼ਾਨਾ ਲੈ ਕੇ ਆਪ ਜੀ ਨਾਲ ਰੂਬਰੂ ਹੋਵਾਂਗਾ। ਤਦ ਤੱਕ ਦੇ ਲਈ ਇਸ ਨਾਚੀਜ਼ ਨੂੰ ਇਜਾਜ਼ਤ ਦਿਓ।
ਤੇ ਨਾਲ ਹੀ ਮੇਰੀ ਦੋਨੋਂ ਹੱਥ ਜੋੜ ਕੇ ਪਿਆਰ ਭਰੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ, ਹਾਜ਼ਰ ਨਾਜ਼ਰ ਜਿੰਦਾ ਰਾਮ ਤੇਰਾ ਹੀ ਆਸਰਾ, ਕਬੂਲ ਫਰਮਾਓ।